पहले तो लोगों को ये बताइए सर कि थायराइड बेसिकली है क्या? ਥਾਇਰਾਇਡ ਜਿਵੇਂ ਹੈ ਇਹ ਇੱਕ ਗਲੈਂਡ ਹੁੰਦਾ ਹੈ ਜਿਹੜੇ ਸਾਡੇ ਨੈਕ ਦੇ ਵਿੱਚ ਹੁੰਦਾ ਹੈ ਗਲੈਂਡ ਤੇ ਇਹ ਹਾਰਮੋਨ ਸਕ੍ਰੀਟ ਕਰਦਾ ਹੈ T3 ਤੇ T4 ਤੇ ਇਹ ਹਾਰਮੋਨ ਜਾ ਕੇ ਸਾਰੀ ਬਾਡੀ ਨੂੰ ਨਾਰਮਲ ਕਰਨ ਦੇ ਵਿੱਚ ਨਾਰਮਲ ਮੈਟਾਬੋਲਿਜ਼ਮ ਸਾਰੀ ਬਾਡੀ ਦਾ ਠੀਕ ਕਰਨ ਦੇ ਵਿੱਚ ਬਹੁਤ ਹੈਲਪ ਕਰਦੇ ਹਨ। बेसिकली ये थायराइड की कोई एज लिमिट है? ਇਹਦੇ ਲਈ ਕੋਈ ਨਹੀਂ ਹੈ। ਈਵਨ ਇਹ ਅਸੀਂ ਬੱਚਿਆਂ ਦੇ ਵਿੱਚ ਵੀ ਦੇਖਿਆ ਜਿਨ੍ਹਾਂ ਦੀ ਏਜ ਸਪੋਜ਼ 2 ਮਹੀਨੇ ਤੋਂ ਲੈ ਕੇ 60-70 ਸਾਲ ਤੱਕ ਕਿਸੇ ਨੂੰ ਕਦੀ ਵੀ ਹੋ ਸਕਦਾ ਹੈ। सिम्टम्स क्या क्या होते हैं? अगर मान लीजिए किसी व्यक्ति को थायराइड है, कैसे पता लगेगा कि उन्हें थायराइड है? ਪੇਸ਼ੈਂਟ ਨੂੰ weight ਉਹਦਾ ਵੱਧ ਸਕਦਾ ਹੈ, ਵਾਲ ਝੜ ਸਕਦੇ ਹੈ, ਫਿਰ ਕਦੀ ਹੱਥ ਪੈਰਾਂ ਦੇ ਵਿੱਚ ਕੋਈ ਦਰਦ ਹੋ ਸਕਦੀ ਹੈ, ਨਮਨੈਸ ਆ ਸਕਦੀ ਹੈ। क्या हम मान सकते हैं कि थायराइड इतना ज़्यादा खतरनाक हो सकता है कि किसी की जान पर बनना है? ਬਹੁਤ ਜ਼ਿਆਦਾ ਥਾਇਰਾਇਡ ਵੱਧ ਜਾਂਦਾ ਹੈ, ਪੇਸ਼ੈਂਟ ਕਈ ਵਾਰ ਕੋਮਾ 'ਚ ਵੀ ਜਾ ਸਕਦਾ ਹੈ। कि ये फैमिली से भी आता है आगे? ਕਈ ਵਾਰ ਦੇਖਿਆ ਗਿਆ ਕਈ ਕੇਸਿਸ ਦੇ ਵਿੱਚ ਜੇ ਤੁਹਾਡੇ ਪੇਰੈਂਟਸ ਨੂੰ ਹੈਗਾ ਤਾਂ ਤੁਹਾਡੇ 'ਚ ਵੀ ਆਉਣ ਦੇ ਚਾਂਸਿਸ ਹੈਗੇ ਹੈ। ਜੇ ਹਾਈਪੋਥਾਇਰਾਇਡ ਦੇ ਹੈ ਤਾਂ ਉਹ ਆਪਣਾ ਗੋਲੀ ਰੈਗੂਲਰਲੀ ਲੈਣ, ਜਿਵੇਂ ਅਸੀਂ ਐਲਟਰੋਕਸਿਨ ਜਾਂ ਥਾਇਰੋਕਸਿਨ ਦੀ ਗੋਲੀ ਹੈ ਨਿਰਣੇ ਕਾਲਜੇ ਲੈਂਦੇ ਹਾਂ ਬਿਨਾਂ ਕੁਝ ਖਾਏ ਪੀਏ। ਕੋਈ ਚੀਜ਼ ਖਾਣੀ ਹੈ ਅੱਧੇ 40 ਮਿੰਟ ਤੋਂ ਬਾਅਦ ਖਾਓ। नमस्कार, मैं शिवांगी और आप देख रहे हैं खबर दिन भर। हम आपके लिए प्रोग्राम लेकर आ रहे हैं डॉक्टर्स टॉक, जिसमें हम कई तरह की बीमारियों और उसके इलाज के बारे में जानेंगे। आज हम टॉपिक लेने जा रहे हैं जो कि बहुत ज़्यादा गंभीर है, क्योंकि हर चौथे इंसान में ये बीमारी पनप रही है और देखने को सुनने को मिल रही है। डॉक्टर्स टॉक के इस पहले प्रोग्राम में हमारे साथ जुड़ने जा रहे हैं डॉक्टर रमनवीर सिंह जी। तो सबसे पहले इनका स्वागत करते हैं हमारे चैनल पे। नमस्कार सर। नमस्कार जी। कैसे हैं सर आप? बहुत बढ़िया। सर, ये प्रोग्राम बेसिकली उन लोगों के लिए, उन पेशेंट्स के लिए है जो कहीं ना कहीं बीमारी को लेकर अवेयर ही नहीं होते हैं, कि उन्हें पता ही नहीं होता कि बेसिकली हम कौन से बीमारी की जकड़ में हैं। प्रॉपर इलाज न मिलने के कारण काफ़ी बड़ी दुर्घटना भी घट जाती, काफ़ी बड़ा हताहत भी हो जाता है। आज का हम जो टॉपिक लेने जा रहे हैं थायराइड। तो सबसे पहले तो लोगों को ये बताइए सर कि थायराइड बेसिकली है क्या? ਥਾਇਰਾਇਡ ਜਿਵੇਂ ਹੈ ਇਹ ਇੱਕ ਗਲੈਂਡ ਹੁੰਦਾ ਹੈ ਜਿਹੜੇ ਸਾਡੇ ਨੈਕ ਦੇ ਵਿੱਚ ਹੁੰਦਾ ਹੈ ਗਲੈਂਡ ਤੇ ਇਹ ਹਾਰਮੋਨ ਸਕ੍ਰੀਟ ਕਰਦਾ ਹੈ T3 ਤੇ T4 ਤੇ ਇਹ ਹਾਰਮੋਨ ਜਾ ਕੇ ਸਾਰੀ ਬਾਡੀ ਨੂੰ ਨਾਰਮਲ ਕਰਨ ਦੇ ਵਿੱਚ ਨਾਰਮਲ ਮੈਟਾਬੋਲਿਜ਼ਮ ਸਾਰੀ ਬਾਡੀ ਦਾ ਠੀਕ ਕਰਨ ਦੇ ਵਿੱਚ ਬਹੁਤ ਹੈਲਪ ਕਰਦੇ ਹਨ। बेसिकली ये थायराइड की कोई एज लिमिट है? ਥਾਇਰਾਇਡ ਜਿਵੇਂ ਹੈਗਾ ਇਹ ਆਪਣਾ ਨੈਕ 'ਚ ਹੁੰਦਾ ਹੈ ਤੇ ਥਾਇਰਾਇਡ ਦੀ ਦੋ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ, ਜਾਂ ਹਾਈਪੋਥਾਇਰਾਇਡਿਜ਼ਮ ਜਾਂ ਹਾਈਪਰਥਾਇਰਾਇਡਿਜ਼ਮ। ਏਜ ਇਹਦੇ ਲਈ ਕੋਈ ਨਹੀਂ ਹੈ। ਈਵਨ ਇਹ ਅਸੀਂ ਬੱਚਿਆਂ ਦੇ ਵਿੱਚ ਵੀ ਦੇਖਿਆ ਜਿਨ੍ਹਾਂ ਦੀ ਏਜ ਸਪੋਜ਼ 2 ਮਹੀਨੇ ਤੋਂ ਲੈ ਕੇ 60-70 ਸਾਲ ਤੱਕ ਕਿਸੇ ਨੂੰ ਕਦੀ ਵੀ ਹੋ ਸਕਦਾ ਹੈ। सिम्टम्स क्या क्या होते हैं? अगर मान लीजिए किसी व्यक्ति को थायराइड है, कैसे पता लगेगा कि उन्हें थायराइड है? ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਮੈਂ ਕਿਹਾ ਇੱਕ ਹਾਈਪੋਥਾਇਰਾਇਡ ਇੱਕ ਹਾਈਪਰਥਾਇਰਾਇਡ। ਹਾਈਪੋਥਾਇਰਾਇਡ ਦੇ ਵਿੱਚ ਜਿਹੜੇ ਮੇਨ ਸਿੰਪਟਮਸ ਹੁੰਦੇ ਹੈ ਪੇਸ਼ੈਂਟ ਨੂੰ weight ਉਹਦਾ ਵੱਧ ਸਕਦਾ ਹੈ, ਵਾਲ ਝੜ ਸਕਦੇ ਹੈ, ਫਿਰ ਕਦੀ ਹੱਥ ਪੈਰਾਂ ਦੇ ਵਿੱਚ ਕੋਈ ਦਰਦ ਹੋ ਸਕਦੀ ਹੈ, ਨਮਨੈਸ ਆ ਸਕਦੀ ਹੈ। ਪੇਸ਼ੈਂਟ ਜੇ ਸਾਨੂੰ ਲੱਗੇ ਜ਼ਿਆਦਾ ਸੋ ਰਿਹਾ ਹੈਗਾ, ਨੀਂਦ ਜ਼ਿਆਦਾ ਆਉਣਾ, ਆਪਣੇ ਆਪ ਨੂੰ ਲੇਜ਼ੀ ਫੀਲ ਕਰਨਾ, ਵੀਕਨੈਸ ਫੀਲ ਕਰਨਾ, ਇਹ ਸਾਰੇ ਫੀਚਰਸ ਜਿਹੜੇ ਹੁੰਦੇ ਇਹ ਹਾਈਪੋਥਾਇਰਾਇਡਿਜ਼ਮ ਦੇ ਹੁੰਦੇ। ਫਿਰ ਦੂਜੀ ਚੀਜ਼ ਹੁੰਦੀ ਹੈ ਹਾਈਪਰਥਾਇਰਾਇਡਿਜ਼ਮ, ਜਿਸ ਦੇ ਵਿੱਚ ਕਿ ਥਾਇਰਾਇਡ ਗਲੈਂਡ ਜ਼ਿਆਦਾ ਪ੍ਰੋਡਿਊਸ ਹੁੰਦੇ ਬਾਡੀ ਦੇ ਵਿੱਚ। ਉਹਦੇ ਵਿੱਚ ਵੀਕਨੈਸ ਆਉਣਾ, weight loss ਹੋਣਾ, ਕਮਜ਼ੋਰੀ ਆਉਣੀ, ਘਬਰਾਹਟ ਹੋਣੀ, ਕਈ ਵਾਰ ਪੈਲਪੀਟੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਦਿਲ ਦੀ ਧੜਕਨ ਵਧਣੀ, ਬਾਰ-ਬਾਰ ਲੂਜ਼ ਮੋਸ਼ਨਸ ਆਉਣੀਆਂ, ਇਹ ਸਾਰੇ ਜਿਹੜੇ ਫੀਚਰਸ ਹੁੰਦੇ ਆ ਇਹ ਹਾਈਪਰਥਾਇਰਾਇਡਿਜ਼ਮ ਦੇ ਹੁੰਦੇ ਆ। बेसिकली जो ट्रीटमेंट है उसका क्या प्रोसेस होता है? ਇਹ ਦੋਨਾਂ ਬਿਮਾਰੀਆਂ ਦਾ ਸਾਡੇ ਕੋਲ ਟ੍ਰੀਟਮੈਂਟ ਹੈਗਾ। ਬਸ ਸਾਨੂੰ ਇਹ ਹੈ ਕਿ ਇਹਦੇ ਬੜਾ ਸਿੰਪਲ ਜਿਹੇ ਟੈਸਟ ਹੁੰਦੇ ਹੈ, ਅਸੀਂ ਉਹ ਟੈਸਟ ਕਰਾਉਣੇ ਹੈ। T3 T4 TSH ਹਾਰਮੋਨ ਹੁੰਦਾ ਹੈ। ਕਈਆਂ ਦੇ ਵਿੱਚ ਅਸੀਂ ਐਂਟੀਬਾਡੀਜ਼ ਵੀ ਕਰਾ ਲੈਂਦੇ ਹਾਂ ਦੇਖਣ ਦੇ ਲਈ।
ਫਿਰ ਜਿਹੜਾ ਆਪਣਾ ਹਾਈਪੋਥਾਇਰੋਇਡਿਜ਼ਮ ਹੈ ਉਹਦੇ ਵਿੱਚ ਆਪਣਾ ਟ੍ਰੀਟਮੈਂਟ ਹੁੰਦਾ, ਇੱਕ ਆਪਾਂ ਗੋਲੀ ਹੁੰਦੀ ਹੈ ਜਿਹਨੂੰ ਅਸੀਂ ਥਾਇਰੋਕਸਿਨ ਦੇ ਨਾਮ ਨਾਲ ਜਾਣਦੇ ਹਾਂ। ਉਹ ਗੋਲੀ ਨਿਰਣੇ ਕਾਲ ਜੇ ਆਪਾਂ ਖਾਣੀ ਹੈ, ਅਤੇ ਉਹ ਗੋਲੀ ਖਾ ਕੇ ਆਪਾਂ ਰੈਗੂਲਰ ਜਿਹੜੇ ਵੀ ਡਾਕਟਰ ਨੂੰ ਤੁਸੀਂ ਫੋਲੋ ਕਰਦੇ ਹੋ ਰੈਗੂਲਰ ਆਪਣੇ ਚੈੱਕ ਕਰਾ ਲਓ, ਅਤੇ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਰਹੇਗੀ ਅਤੇ ਟਰੀਟ ਹੋ ਜਾਏਗਾ। ਦੂਜਾ ਹਾਈਪਰਥਾਇਰੋਇਡਿਜ਼ਮ ਹੈ, ਉਹ ਅਗੇਨ ਉਸ ਦੇ ਵਿੱਚ ਸਾਨੂੰ ਦੇਖਣਾ ਪਏਗਾ ਕਿੰਨੇ ਸਿੰਪਟਮਸ ਹੈ। ਉਹਦੀ ਗੋਲੀ ਹੁੰਦੀ ਹੈ ਜਿਹੜੀ ਨਿਓਮਰਕਾਜ਼ੋਲ ਦੇ ਨਾਮ ਨਾਲ ਆਉਂਦੀ ਹੈ, ਉਹ ਗੋਲੀ ਵੀ ਅਸੀਂ ਰੈਗੂਲਰ ਲਵਾਂਗੇ ਤਾਂ ਆਪਣੇ ਸਾਰੇ ਸਿੰਪਟਮਸ ਅਤੇ ਆਪਣੀ ਤਬੀਅਤ ਬਿਲकुल ठीक रहेगी। क्या हम मान सकते हैं कि थायराइड इतना ज़्यादा खतरनाक हो सकता है कि किसी की जान पर बनाए? ਦੇਖੋ ਕਈ ਕੇਸਿਸ ਦੇ ਵਿੱਚ ਨੋਰਮਲੀ ਜੇ ਥਾਇਰਾਇਡ ਜਲਦੀ ਡਾਇਗਨੋਜ਼ ਹੋ ਜਾਏ ਅਤੇ ਜਲਦੀ ਉਹਦਾ ਟਰੀਟਮੈਂਟ ਹੋ ਜਾਏ ਤਾਂ ਇਹ ਇੰਨਾ ਖਤਰਨਾਕ ਨਹੀਂ ਹੁੰਦਾ। ਲੇਕਿਨ ਕਈ ਕੇਸਿਸ ਦੇ ਵਿੱਚ ਜਿਵੇਂ ਅਸੀਂ ਟਰੀਟਮੈਂਟ ਡਿਲੇ ਕਰ ਦਈਏ ਜਾਂ ਡਾਇਗਨੋਸਿਸ ਡਿਲੇ ਹੋ ਜਾਏ, ਇਸ ਵਿੱਚ ਅਸੀਂ ਇਹ ਕਈ ਕੇਸਿਸ ਦੇਖਿਆ ਗਿਆ, ਸਪੈਸ਼ਲੀ ਠੰਡ ਦੇ ਵਿੱਚ ਕਈ ਵਾਰ ਬਹੁਤ ਜ਼ਿਆਦਾ ਥਾਇਰਾਇਡ ਵੱਧ ਜਾਂਦਾ, ਪੇਸ਼ੈਂਟ ਕਈ ਵਾਰ ਕੋਮਾ 'ਚ ਵੀ ਜਾ ਸਕਦਾ, ਉਸਨੂੰ ਅਸੀਂ ਮਿਕਸਡੀਮਾ ਕੋਮਾ ਕਹਿੰਦੇ ਹਾਂ। ਜਾਂ ਫਿਰ ਹਾਈਪਰਥਾਇਰੋਇਡਿਜ਼ਮ ਦੇ ਵਿੱਚ ਵੀ ਜੇ ਉਹਨੂੰ ਟਰੀਟ ਨਾ ਕਰੀਏ ਤਾਂ ਪੇਸ਼ੈਂਟ ਕਈ ਵਾਰ ਬਹੁਤ ਵੀਕ ਹੋ ਜਾਂਦਾ, ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ, ਉਹਨੂੰ ਅਸੀਂ ਥਾਇਰੋਟੌਕਸੀਕੋਸਿਸ ਕ੍ਰਾਈਸਿਸ ਕਹਿੰਦੇ। ਉਹ ਫਿਰ ਦੋਨੋਂ ਕੰਡੀਸ਼ਨਸ ਦੇ ਵਿੱਚ ਸਾਨੂੰ ਇਮੀਡੀਏਟ ਐਕਸ਼ਨ ਲੈਣਾ ਪੈਂਦਾ ਹੈ। सर थायराइड अगर मान लीजिए जैसे ट्रीटमेंट तो मस्ट है, लेकिन कोई इंडिविजुअली किस तरह से अपने तौर पर परहेज़ कर सकता है, किस किस तरह के परहेज़ कर सकता है बचाव के लिए? ਦੇਖੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਮੈਂ ਕਹਿਣਾ ਚਾਹੂੰਗਾ ਗੋਲੀ ਸਭ ਤੋਂ ਇੰਪੋਰਟੈਂਟ ਹੈ, ਬਿਕੋਜ਼ ਜਿਹੜੀ ਹਾਈਪੋਥਾਇਰਾਇਡ ਦੇ ਵਿੱਚ ਜਿਹੜਾ ਥਾਇਰਾਇਡ ਗਲੈਂਡ ਹਾਰਮੋਨ ਨਹੀਂ ਬਣਾ ਪਾ ਰਿਹਾ, ਉਹ ਅਸੀਂ ਬਾਹਰੋਂ ਗੋਲੀ ਲੈ ਕੇ ਉਹਨੂੰ ਠੀਕ ਕਰਦੇ ਹਾਂ। ਇਹਦੇ ਨਾਲ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ, ਵੇਟ ਗੇਨ ਹੋ ਸਕਦਾ ਹੈ। ਉਹ ਸਾਰਿਆਂ ਲਈ ਸਾਨੂੰ ਰੈਗੂਲਰ ਦੋ ਚੀਜ਼ਾਂ ਦਾ ਧਿਆਨ ਰੱਖਣਾ, ਇੱਕ ਰੈਗੂਲਰ ਐਕਸਰਸਾਈਜ਼ ਜਾਂ ਸੈਰ ਜਾਂ ਫਿਜ਼ੀਕਲ ਐਕਟੀਵਿਟੀ ਕਰਨੀ ਹੈ, ਅਤੇ ਨਾਲ ਸਾਨੂੰ ਜ਼ਿਆਦਾ ਆਇਲੀ ਘਿਓ ਮੱਖਣ ਮਲਾਈ ਤਲੀਆਂ ਹੋਈਆਂ ਚੀਜ਼ਾਂ ਦਾ ਪਰਹੇਜ਼ ਕਰਨਾ ਅਤੇ ਐਕਸਰਸਾਈਜ਼ ਕਰਨੀ ਹੈ। ਇਹ ਦੋਨੋਂ ਚੀਜ਼ਾਂ ਦਾ ਜੇ ਤੁਸੀਂ ਖਿਆਲ ਰੱਖੋਗੇ ਤਾਂ ਕੋਈ ਪ੍ਰੋਬਲਮ नहीं आएगी। सो बेसिकली थायराइड दो तरह की है, और जैसे कहते हैं कि ये फैमिली से भी आता है आगे। ਹਾਂ ਕਈ ਵਾਰ ਦੇਖਿਆ ਗਿਆ ਕਈ ਕੇਸਿਸ ਦੇ ਵਿੱਚ ਜੇ ਤੁਹਾਡੇ ਪੇਰੈਂਟਸ ਨੂੰ ਹੈਗਾ ਤਾਂ ਤੁਹਾਡੇ 'ਚ ਵੀ ਆਉਣ ਦੇ ਚਾਂਸਿਸ ਹੈਗੇ ਹੈ, ਬਟ ਇਹ ਬਹੁਤ ਜ਼ਿਆਦਾ ਜਿਹਨੂੰ ਅਸੀਂ ਕਹਿੰਦੇ ਬਹੁਤ ਕਾਮਨ ਨਹੀਂ ਹੈ, ਬਟ ਚਾਂਸਿਸ ਨਾਰਮਲ ਪੋਪੂਲੇਸ਼ਨ ਨਾਲ ਜ਼ਿਆਦਾ ਹੈ। ਤਾਂ ਸਪੋਜ਼ ਇੱਕ ਜੇ ਤੁਹਾਡੇ ਪੇਰੈਂਟ ਨੂੰ ਹੈਗਾ ਅਤੇ ਤੁਹਾਡਾ ਵੀ ਕੋਈ ਵੇਟ ਗੇਨ ਹੋ ਰਿਹਾ ਹੈ ਜਾਂ ਤੁਹਾਨੂੰ ਕੋਈ ਨੀਂਦ ਜ਼ਿਆਦਾ ਆ ਰਹੀ ਹੈ ਜਾਂ ਲੇਜ਼ੀ ਫੀਲ ਕਰਦੇ ਹੋ ਤਾਂ ਤੁਸੀਂ ਆਪਣਾ थायराइड करा सकते हो। सर एक और सवाल मन में ये आ रहा है इस टाइम कि थायराइड के जकड़ में कैसे कोई व्यक्ति आ जाता है, कैसे बीमारी ये लग जाती है? ਹਾਂ ਦੇਖੋ ਥਾਇਰਾਇਡ ਜਿਹੜਾ ਹੈ ਪਹਿਲਾਂ ਤਾਂ ਹਾਈਪੋਥਾਇਰੋਇਡਿਜ਼ਮ ਬਾਰੇ ਅਸੀਂ ਕਵਾਂਗੇ। ਹਾਈਪੋਥਾਇਰੋਇਡਿਜ਼ਮ ਅੱਜ ਤੋਂ ਕਾਫੀ ਸਾਲ ਪਹਿਲਾਂ ਅਸੀਂ ਦੇਖੀਏ, ਉਸ ਟਾਈਮ 'ਤੇ ਆਇਓਡੀਨ ਦੀ ਡੈਫੀਸ਼ੀਐਂਸੀ ਹੁੰਦੀ ਸੀ, ਮਤਲਬ ਆਇਓਡੀਨ ਦੀ ਘਾਟ ਹੁੰਦੀ ਸੀ। ਸਾਡਾ ਜਿਹੜਾ ਨਮਕ ਵੀ ਹੁੰਦਾ ਸੀ ਉਸ 'ਚ ਆਇਓਡੀਨ ਦੀ ਘਾਟ ਹੁੰਦੀ ਸੀ, ਉਸ ਕਰਕੇ ਪੇਸ਼ੈਂਟਸ ਨੂੰ ਹਾਈਪੋਥਾਇਰੋਇਡਿਜ਼ਮ ਹੁੰਦਾ ਸੀ। ਬਟ ਹੁਣ ਅਸੀਂ ਦੇਖਦੇ ਹਾਂ ਸਾਡਾ ਜਿਹੜਾ ਸਾਲਟ ਹੈ, ਅਸੀਂ ਕੋਈ ਵੀ ਸਾਲਟ ਲਈਏ ਉਹ ਆਇਓਡਾਈਜ਼ਡ ਹੁੰਦਾ, ਇਸ ਲਈ ਉਹ ਚੀਜ਼ ਸੈਕੰਡਰੀ ਹੋ ਗਈ ਹੈ। ਅਤੇ ਹੁਣ ਪ੍ਰਾਇਮਰੀ ਜਿਹੜਾ ਅਸੀਂ ਦੇਖਣ 'ਚ ਆ ਰਿਹਾ ਉਹ ਆਟੋ ਇਮਿਊਨ ਹਾਈਪੋਥਾਇਰੋਇਡਿਜ਼ਮ ਹੁੰਦਾ, ਜਿਸ 'ਚ ਬੋਡੀ ਦੇ ਵਿੱਚ ਐਂਟੀਬੋਡੀਜ਼ ਬਣ ਜਾਂਦੀਆਂ ਅਤੇ ਉਹ ਇਹ ਥਾਇਰਾਇਡ ਕੌਜ਼ ਕਰਦੀਆਂ ਹੈ। सो पर्टिकुलर कोई मैसेज कन्वे करना चाहेंगे पेशेंट्स को जो स्पेशली थायराइड के पेशेंट हैं? ਹਾਂ ਸਭ ਤੋਂ ਜ਼ਰੂਰੀ ਮੈਸੇਜ ਮੈਂ ਇਹ ਦੇਣਾ ਚਾਹੂੰਗਾ ਕਿ ਜਿਹੜਾ ਵੀ ਥਾਇਰਾਇਡ ਦੇ ਪੇਸ਼ੈਂਟ ਹੈ, ਜੇ ਹਾਈਪੋਥਾਇਰਾਇਡ ਦੇ ਹੈ ਤਾਂ ਉਹ ਆਪਣਾ ਗੋਲੀ ਰੈਗੂਲਰਲੀ ਲੈਣ। ਜਿਵੇਂ ਅਸੀਂ ਐਲਟਰੋਕਸਿਨ ਜਾਂ ਥਾਇਰੋਕਸਿਨ ਦੀ ਗੋਲੀ ਹੈ ਨਿਰਣੇ ਕਾਲਜੇ ਲੈਂਦੇ ਹਾਂ ਬਿਨਾਂ ਕੁਝ ਖਾਏ ਪੀਏ, ਕੋਈ ਚੀਜ਼ ਖਾਣੀ ਅੱਧੇ 40 ਮਿੰਟ ਤੋਂ ਬਾਅਦ ਖਾਓ, ਬਟ ਆਪਣੀ ਗੋਲੀ ਬਿਲਕੁਲ ਰੈਗੂਲਰ ਰੱਖੋ ਅਤੇ ਸਮੇਂ-ਸਮੇਂ ਆਪਣੇ ਡਾਕਟਰ ਕੋਲ ਜਾ ਕੇ ਉਹਦੇ ਜਿਵੇਂ ਚੇਂਜ ਹੁੰਦੀ ਹੈ ਉਹ ਚੇਂਜ ਕਰਾਉਂਦੇ ਰਹੋ। ਅਤੇ ਦੂਜਾ ਹਾਈਪਰਥਾਇਰੋਇਡਿਜ਼ਮ ਵਿੱਚ ਵੀ ਆਪਣੀ ਇਹ ਗੋਲੀਆਂ ਰੈਗੂਲਰਲੀ ਲੈਂਦੇ ਰਹੋ ਅਤੇ ਐਕਸਰਸਾਈਜ਼ ਅਤੇ ਵਾਕ ਜੋ ਚੀਜ਼ਾਂ ਇੰਪੋਰਟੈਂਟ ਹੈ ਉਹ ਕਰਦੇ ਰਹੋ। ਇਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ नहीं आएगी। थैंक यू सो मच सर। थैंक यू जी। सो आज डॉक्टर अमनवीर जी हमारे साथ जुड़े थे, काफ़ी अहम जानकारी इन्होंने साझा की। सो गाइस जान है तो जहान है, हम इसी तरह से आपके साथ रूबरू होते रहेंगे प्रोग्राम डॉक्टर्स टॉक लेके, और तब तक आप देखते रहें खबर दिन भर। धन्यवाद।